ਵਾਹਿਗੁਰੂ ਜੀ। ਡੰਡੌਤ ਬੰਦਨਾ ਅਣਖ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਠੀਕਰ ਫੋਰ ਦਿਵੀਸ ਸਿਰ ਪ੍ਰਭੁਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੀ ਚਲਤ ਭਇਓ ਜਗਤ ਕੋ ਸ਼ੋਕ। ਹੈ ਸਭ ਜਗ ਕਰੈ ਜੈ 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 ਸੁਰਲੋਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਬਰ ਸ਼ਤਰ ਔਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ 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 ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਹੋ ਕਰਕੇ ਆਪਾਂ ਸਾਰੇ ਹੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਗੁਰਮਤਿ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸਵਾਓ ਸਵੇਰ ਦੇ ਦੀਵਾਨਾਂ ਦੇ ਵਿੱਚ ਵੀ ਆਪ ਸੰਗਤਾਂ ਨੇ ਦਰਸ਼ਨ ਬਖਸ਼ੇ ਸੀ। ਸ਼ਾਮ ਦੇ ਇਸ ਦੀਵਾਨ ਦੇ ਅੰਦਰ ਆਪਾਂ ਸਾਰਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਜੋ ਪ੍ਰਸੰਗ ਹੈ ਉਹ ਸਰਵਣ ਕਰਨਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੇ ਅੰਦਰ ਸਹਿਜ ਸਬਰ ਅਤੇ ਸਿਦਕ ਦਾ ਇੱਕ ਵਿਸ਼ਾਲ ਸੋਮਾ ਹੈ। ਸਹਿਜ ਅਵਸਥਾ ਵੀ ਬਹੁਤ ਹੈ, ਸਬਰ ਵੀ ਬਹੁਤ ਹੈ ਅਤੇ ਸੰਤੋਖ ਵੀ ਬਹੁਤ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ ਸੀ, ਸਵੇਰ ਵੇਲੇ ਆਪ ਜੀ ਨੇ ਇਹ ਵਿਚਾਰਾਂ ਸੁਣੀਆਂ ਸੀ, ਤਾਂ ਉਸ ਸਮੇਂ ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਮੇਰੇ ਪੁੱਤਰ ਤੇਗ ਬਹਾਦਰ ਦੇ ਵਿੱਚ ਵੀ ਗੁਰਤਾ ਵਾਲੇ ਸਾਰੇ ਗੁਣ ਹਨ। ਮੈਨੂੰ ਇਸ ਗੱਲ ਵਿੱਚ ਕੋਈ ਇਤਰਾਜ਼ ਜਾਂ ਕੋਈ ਸ਼ੰਕਾ ਨਹੀਂ ਵੀ ਆਪ ਜੀ ਸ਼੍ਰੀ ਹਰਿਰਾਏ ਸਾਹਿਬ ਨੂੰ ਗੁਰਤਾ ਗੱਦੀ ਕਿਉਂ ਦੇ ਰਹੇ ਹੋ। ਉਹ ਵੀ ਆਪਣਾ ਹੀ ਬੱਚਾ ਹੈ, ਪਰ ਮੇਰੇ ਮਨ ਵਿੱਚ ਇਹ ਇੱਕ ਸਵਾਲ ਪੈਦਾ ਹੋਇਆ ਤੇ ਸਵਾਲ ਗੁਰੂ ਅੱਗੇ ਕਰਨਾ ਬਣਦਾ ਤਾਂ ਕਿ ਮਨ ਵਿੱਚ ਸਵਾਲ ਸ਼ੰਕਾ ਨਾ ਬਣ ਜਾਏ, ਡਾਊਟ ਨਾ ਬਣ ਜਾਏ। ਤੇ ਜਦੋਂ ਇਹ ਬੇਨਤੀ ਕੀਤੀ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੁਸਕਰਾ ਕੇ ਕਹਿੰਦੇ, ਨਾਨਕੀ ਜੀ ਤੁਸੀਂ ਇਸ ਗੱਲ ਦਾ ਕੋਈ ਵੀ ਫਿਕਰ ਨਾ ਕਰੋ, ਸਾਨੂੰ ਵੀ ਪਤਾ ਹੈ ਕਿ ਇਹਦੇ ਵਿੱਚ ਗੁਰਤਾ ਵਾਲੇ ਸਾਰੇ ਗੁਣ ਨੇ
ਸਮਾਂ ਆਉਣ ਤੇ ਗੁਰਤਾ ਗੱਦੀ ਇਹਦੇ ਕੋਲ ਆਏਗੀ, ਪਰ ਉਸ ਤੋਂ ਪਹਿਲਾਂ ਆਪ ਜੀ ਇਹਨੂੰ ਲੈ ਕੇ ਬਾਬੇ ਬਕਾਲੇ ਦੀ ਧਰਤੀ ਤੇ ਨਿਵਾਸ ਕਰੋ। ਤਾਂ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 3 ਬਖਸ਼ਿਸ਼ਾਂ ਬੇਬੇ ਨਾਨਕੀ ਦੀ ਝੋਲੀ ਪਾਈਆਂ ਸੀ। ਇੱਕ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੁਮਾਲਾ ਬਸਤਰ ਜਦੋਂ ਝੋਲੀ ਪਾਇਆ, ਕਹਿੰਦੇ ਇਹ ਜਿਹੜਾ ਮੈਂ ਤੈਨੂੰ ਬਸਤਰ ਭੇਟ ਕੀਤਾ ਰੁਮਾਲਾ, ਇਹ ਤੂੰ ਮੇਰੇ ਪੁੱਤਰ ਨੂੰ ਦੇ ਦੇਣਾ, ਭਾਵ ਗੁਰੂ ਤੇਗ ਬਹਾਦਰ ਸਾਹਿਬ ਨੂੰ। ਕਿਉਂਕਿ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਉਹ ਮਹਾਨ ਕਾਰਜ ਕਰਨਾ ਹੈ ਜਿਸ ਦੇ ਲਈ ਇਹਨਾਂ ਦਾ ਧਰਤੀ ਤੇ ਆਉਣਾ ਹੋਇਆ ਹੈ, ਤਾਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਾਸਤੇ ਤੇ ਪੂਰੇ ਹਿੰਦੁਸਤਾਨ ਦੀ ਬੇਆਬਰੂ ਹੋ ਰਹੀ ਇੱਜ਼ਤ ਨੂੰ ਕੱਢਣ ਵਾਸਤੇ ਇਹ ਇਸ ਵਸਤਰ ਦੀ ਤਰ੍ਹਾਂ ਆਪਣੇ ਸਰੀਰ ਦੀ ਚਾਦਰ ਬਣਾ ਕੇ ਪੂਰੇ ਹਿੰਦੁਸਤਾਨ ਦੀ ਇੱਜ਼ਤ ਨੂੰ ਕੱਢ ਲਏਗਾ। ਤੇ ਦੂਸਰੀ ਬਖਸ਼ਿਸ਼ ਪੋਥੀ ਭੇਟ ਕੀਤੀ, ਗੁਰਬਾਣੀ ਦੀ ਪੋਥੀ ਜਿਹਨੂੰ ਆਪਾਂ ਗੁਟਕਾ ਸਾਹਿਬ ਵੀ ਕਹਿੰਦੇ ਹਾਂ। ਕਹਿੰਦੇ ਇਹ ਪੋਥੀ ਮੇਰੀ ਨੂੰਹ ਰਾਣੀ ਨੂੰ ਦੇ ਦੇਣੀ, ਭਾਵ ਗੁਰੂ ਤੇਗ ਬਹਾਦਰ ਸਾਹਿਬ ਦੀ ਪਤਨੀ ਮਾਤਾ ਗੁਜਰੀ ਦੀ। ਇਹ ਮੇਰੀ ਨੂੰਹ ਰਾਣੀ ਨੂੰ ਦੇ ਦੇਣੀ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਬੜੇ ਔਖੇ ਸਮਿਆਂ ਦਾ ਮੁਕਾਬਲਾ ਕਰਨਾ ਹੈ। ਇਹਦੇ ਤੇ ਬੜੇ ਔਖੇ ਸਮੇਂ ਆਉਣਗੇ ਤੇ ਇਹ ਬਾਣੀ ਪੜ੍ਹਦੀ ਰਹੇਗੀ, ਬਾਣੀ ਨਾਲ ਜੁੜੀ ਰਹੇਗੀ ਤੇ ਇਹਨੂੰ ਪਤਾ ਵੀ ਨਹੀਂ ਚੱਲਣਾ ਔਖੇ ਸਮੇਂ ਕਿਵੇਂ ਲੰਘ ਗਏ। ਤੇ ਤੀਸਰੀ ਬਖਸ਼ਿਸ਼ ਗੁਰੂ ਸਾਹਿਬ ਨੇ ਕੀਤੀ, ਕਟਾਰ ਭੇਟ ਕੀਤੀ, ਜਿਹਨੂੰ ਆਪਾਂ ਸ੍ਰੀ ਸਾਹਿਬ ਕਹਿੰਦੇ ਹਾਂ। ਛੋਟੀ ਕਟਾਰ ਭੇਟ ਕੀਤੀ ਤੇ ਕਹਿੰਦੇ ਇਹ ਜਿਹੜੀ ਤੀਸਰੀ ਬਖਸ਼ਿਸ਼ ਹੈ ਇਹ ਮੇਰੇ ਪੋਤਰੇ ਦੀ ਝੋਲੀ ਪਾਉਗੀ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤਰ ਹੋਏਗਾ। ਯਾਦ ਰੱਖੀ, ਮੈਂ ਜਿਹੜਾ ਇਹ ਬਚਨ ਹੁਣ ਆਪ ਜੀ ਨਾਲ ਕਰ ਰਿਹਾ ਤੇ ਜਿਹੜਾ ਬਚਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਨਾਨਕੀ ਦੇ ਨਾਲ, ਭਾਵ ਆਪਣੀ ਪਤਨੀ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਰਥਾਏ ਕਰਨਾ ਚਾਹੁੰਦੇ ਨੇ, ਕਰ ਰਹੇ ਨੇ। ਇਹ ਬਚਨ ਉਦੋਂ ਵੀ ਹੋਇਆ ਸੀ ਜਦੋਂ ਲਾਲ ਚੰਦ ਜੀ ਦੀ ਸੁਪੁੱਤਰੀ ਮਾਤਾ ਗੁਜਰੀ ਨੂੰ ਵਿਆਹੁਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਰਾਤ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਗਏ ਸੀ। ਤੇ ਜਦੋਂ ਵਿਆਹੁਣ ਵਾਸਤੇ ਗਏ ਉਦੋਂ ਮਾਤਾ ਗੁਜਰੀ ਦੀ ਉਮਰ 11 ਸਾਲ ਦੀ ਸੀ। ਤੇ ਉਸ ਸਮੇਂ ਮਾਤਾ ਗੁਜਰੀ ਦੇ ਪਿਤਾ ਲਾਲ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਕੋਲ ਗਏ ਤੇ ਆਪਣੇ ਸਿਰ ਦੀ ਨਾ ਦਸਤਾਰ ਲਾ ਕੇ ਆਪਣੇ ਹੱਥਾਂ ਵਿੱਚ ਫੜ ਲਈ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜਦੋਂ ਚਰਨਾਂ ਵਿੱਚ ਰੱਖਣ ਲੱਗੇ ਤੇ ਗੁਰੂ ਸਾਹਿਬ ਨੇ ਉਸੇ ਸਮੇਂ ਉਹਨਾਂ ਦੇ ਹੱਥ ਫੜ ਕੇ ਕਿਹਾ, ਕਹਿੰਦੇ ਲਾਲ ਚੰਦ ਜੀ ਇਹ ਦਸਤਾਰ ਤਾਂ ਸੀਸ ਉੱਪਰ ਹੀ ਸੋਭਦੀ ਹੈ, ਇਹਨੂੰ ਆਪਣੇ ਸੀਸ ਤੇ ਸਜਾਓ ਤੇ ਹੁਣ ਤੁਸੀਂ ਦੱਸੋ ਵੀ ਕੀ ਕਹਿਣਾ ਚਾਹੁੰਦੇ ਹੋ। ਕਹਿੰਦੇ ਬੇਅੰਤ ਕਿਰਪਾ ਮੇਰੇ ਤੇ ਆਪ ਜੀ ਨੇ ਕੀਤੀ ਹੈ, ਮੇਰੇ ਨਿਮਾਣੇ ਤੇ ਤਰਸ ਕੀਤਾ ਕਿ ਗੁਰੂ ਘਰ ਵਿੱਚੋਂ ਆਪਣੇ ਪੁੱਤਰ ਦਾ ਨਾਤਾ ਮੇਰੀ ਧੀ ਦੇ ਨਾਲ ਕੀਤਾ। ਬਹੁਤ ਵੱਡੀ ਗੱਲ ਹੈ, ਪਰ ਮੇਰੀ ਇਤਨੀ ਹਸਤੀ ਨਹੀਂ ਕਿ ਮੈਂ ਆਪ ਜੀ ਦੇ ਨਾਲ ਨਾਤਾ ਜੋੜ ਸਕਦਾ। ਮੇਰੇ ਗਰੀਬ ਕੋਲੇ ਕੋਈ ਅਜਿਹਾ ਸੰਸਾਰ ਦਾ ਪਦਾਰਥ ਹੈ ਹੀ ਨਹੀਂ ਜੋ ਮੈਂ ਆਪਣੀ ਧੀ ਦੇ ਨਾਲ ਤੁਹਾਨੂੰ ਦੇ ਸਕਾਂ, ਕਿਉਂਕਿ ਗੁਰੂ ਘਰ ਦੀ ਮਹਿਮਾ ਹੀ ਬਹੁਤ ਵੱਡੀ ਹੈ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਲਾਲ ਚੰਦ ਜੀ ਤੁਸੀਂ ਸਾਨੂੰ ਆਪਣੀ ਪੁੱਤਰੀ ਦੇ ਦਿੱਤੀ ਤੇ ਬਹੁਤ ਕੁਝ ਦੇ ਦਿੱਤਾ। ਆ ਜਿਹੜੀ 11 ਸਾਲ ਦੀ ਤੁਹਾਡੀ ਪੁੱਤਰੀ ਗੁਜਰੀ ਨੂੰ ਅਸੀਂ ਲੈ ਕੇ ਚੱਲੇ ਆ ਨਾ ਵਿਆਹ ਕੇ ਆਪਣੇ ਪੁੱਤਰ ਦੇ ਨਾਲ,
ਤੁਹਾਨੂੰ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਇਸ ਪੁੱਤਰੀ ਦੀ ਕੁੱਖ ਤੋਂ ਐਸਾ ਬਲੀ ਯੋਧਾ ਜਨਮ ਲਏਗਾ ਜਿਹਦੀਆਂ ਭੁਜਾਵਾਂ ਦੇ ਵਿੱਚ ਬਹੁਤ ਵੱਡਾ ਬਲ ਹੋਏਗਾ। ਇਸ ਸੰਸਾਰ ਦਾ ਬਾਹੂਬਲੀ ਹੋਏਗਾ ਔਰ ਉਹਦੀ ਤੇਗ ਦੇ ਅੱਗੇ, ਉਹਦੇ ਤੀਰਾਂ ਦੇ ਅੱਗੇ ਕੋਈ ਬੈਰੀ ਟਿਕ ਨਹੀਂ ਸਕੇਗਾ। ਔਰ ਆਪਣੇ ਹੱਥ ਦੇ ਖੜਗ ਦੇ ਨਾਲ ਐਸੀ ਕੌਮ, ਐਸਾ ਪੰਥ ਪੈਦਾ ਕਰੇਗਾ ਕਿ ਜਿੰਨਾ ਚਿਰ ਦੁਨੀਆ ਰਹੇਗੀ ਉਹ ਪੰਥ ਰਹੇਗਾ। ਇਹ ਵਚਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਸਮੇਂ ਕੀਤੇ ਸੀ। ਹੁਣ ਇਹੀ ਵਚਨ ਆਪਣੀ ਪਤਨੀ ਨੂੰ ਕਰ ਰਹੇ ਨੇ ਕਿ ਇਹ ਕਟਾਰ ਮੇਰੇ ਪੋਤਰੇ ਨੂੰ ਦੇਣੀ, ਉਹਦੀਆਂ ਭੁਜਾਵਾਂ ਵਿੱਚ ਬਹੁਤ ਬਲ ਹੋਏਗਾ। ਜਿੰਨੇ ਧਰਤੀ ਦੇ ਉੱਤੇ ਪਰਮਾਤਮਾ ਨੇ ਗੁਣ ਬਣਾਏ ਨੇ, ਹੁਣ ਜਿੰਨੀ ਦੁਨੀਆ ਹੈ, ਹਰੇਕ ਇਨਸਾਨ ਵਿੱਚ ਵੱਖੋ ਵੱਖਰੇ ਗੁਣ ਨੇ। ਕਿਸੇ ਵਿੱਚ ਕੋਈ ਗੁਣ ਪਾਇਆ ਪਰਮਾਤਮਾ ਨੇ, ਕਿਸੇ ਵਿੱਚ ਕੋਈ ਪਾਇਆ, ਕਿਸੇ ਵਿੱਚ ਗੁਣ ਹੈ ਹੀ ਨਹੀਂ, ਕਈ ਗੁਣਾਂ ਤੋਂ ਹੀ ਹੀਣੇ ਨੇ, ਪਰ ਕਈਆਂ ਵਿੱਚ ਗੁਣ ਪਾਏ ਨੇ। ਪਰ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੇ ਉੱਤੇ ਬਹੁਤ ਬੇਅੰਤ ਗੁਣ ਬਣਾਏ ਨੇ। ਕਹਿੰਦੇ ਪਰਮਾਤਮਾ ਨੇ ਜਿੰਨੇ ਵੀ ਗੁਣ ਧਰਤੀ ਤੇ ਬਣਾਏ ਨੇ, ਜਿਹੜੇ ਵੀ ਗੁਣ ਦੇ ਦਰਸ਼ਨ ਕਰਨੇ ਹੋਣਗੇ ਤੁਹਾਡੇ ਪੋਤਰੇ 'ਚ ਹੋਣਗੇ। ਸਰਗੁਣ ਸੰਪੰਨ, ਰਾਜ ਮਹਿ ਰਾਜ, ਜੋਗ ਮਹਿ ਜੋਗੀ, ਤਪ ਮਹਿ ਤਪੀਸਰ, ਗਰਹਸਤ ਮਹਿ ਭੋਗੀ। ਜਦੋਂ ਉਹਦੇ ਹੱਥ ਵਿੱਚ ਤੇਗ ਹੋਏਗੀ, ਸ਼ਸਤਰ ਹੋਏਗਾ, ਤੇ ਉਹਦੇ ਵਰਗਾ ਲਾਸਾਨੀ ਯੋਧਾ ਕੋਈ ਨਹੀਂ ਹੋਏਗਾ। ਜਦੋਂ ਉਹਦੇ ਹੱਥ ਵਿੱਚ ਕਲਮ ਹੋਏਗੀ ਤੇ ਉਹਦੇ ਵਰਗਾ ਲਖਾਰੀ ਕੋਈ ਨਹੀਂ ਹੋਏਗਾ। ਜਦੋਂ ਚੌਂਕੜਾ ਮਾਰ ਕੇ ਬਾਣੀ ਗਾਏਗਾ, ਸਿਮਰਨ ਕਰੇਗਾ, ਤੇ ਉਹਦੇ ਵਰਗਾ ਤਪੱਸਵੀ ਕੋਈ ਨਹੀਂ ਹੋਏਗਾ। ਸਾਰੇ ਗੁਣ ਦੇ ਵਿੱਚ। ਤੇ ਸੱਚ ਕਰਕੇ ਜਾਣਿਓ, ਕਲਮਾਂ ਸੰਸਾਰ ਵਿੱਚ ਬਹੁਤ ਬੰਦਿਆਂ ਦੇ ਹੱਥ ਵਿੱਚ ਆਈਆਂ ਨੇ। ਲਖਾਰੀਆਂ ਦੇ, ਪੈਗੰਬਰਾਂ ਦੇ, ਵਿਦਵਾਨਾਂ ਦੇ, ਬਹੁਤ ਵਿਅਕਤੀਆਂ ਦੇ ਹੱਥਾਂ ਵਿੱਚ ਕਲਮ ਆਈ ਹੈ। ਪਰ ਸੱਚ ਕਰਕੇ ਜਾਣਿਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਰਗਾ ਕਲਮ ਦਾ ਧਨੀ ਕੋਈ ਨਹੀਂ ਹੋਇਆ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੱਥ ਲਿਖਤ ਬਾਣੀ ਪੜ੍ਹੀਏ ਨਾ, ਦਸਮ ਗ੍ਰੰਥ ਨੂੰ ਕਿਹੜਾ ਦਰਸ਼ਨ ਕਰੀਏ, ਤੇ ਇਹੋ ਜਿਹੇ ਲਫ਼ਜ਼ ਅੱਜ ਤੱਕ ਨਹੀਂ ਕਿਸੇ ਨੇ ਉਚਾਰੇ ਪਰਮਾਤਮਾ ਦੀ ਸਿਫਤ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ, ਔਰੰਗਜ਼ੇਬ ਐਡਾ ਵੱਡਾ ਤਾਨਾਸ਼ਾਹ, ਐਡਾ ਵੱਡਾ ਜ਼ਾਲਮ, ਜਿਹਤੋਂ ਸਾਰੇ ਲੋਕੀ ਡਰਦੇ ਸੀ, ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚਮਕੌਰ ਸਾਹਿਬ ਦੀ ਜੰਗ ਤੋਂ, ਚਮਕੌਰ ਸਾਹਿਬ ਦੇ ਮੈਦਾਨ ਤੋਂ ਹੁੰਦੇ ਹੋਏ ਤਲਵੰਡੀ ਸਾਹਿਬੋਂ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਦੀਨੇ ਕਾਂਗੜ ਦੀ ਧਰਤੀ ਤੇ ਜਦੋਂ ਜਾ ਕੇ ਵਿਰਾਜੇ ਨੇ, ਤਾਂ ਉਸ ਸਮੇਂ ਸੰਗਤਾਂ ਨੇ ਸਵਾਲ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਹੁਣ ਔਰੰਗਜ਼ੇਬ ਦਾ ਕੀ ਕਰਨਾ ਹੈ? ਉਹਨੇ ਤੇ ਕੋਹਰਾਮ ਮਚਾਇਆ ਹੋਇਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮੁਸਕਰਾ ਕੇ ਬੋਲੇ, ਕਹਿੰਦੇ ਖਾਲਸਾ ਜੀ, ਔਰੰਗਜ਼ੇਬ ਕੋਈ ਬਹੁਤੀ ਵੱਡੀ ਸ਼ਹਿ ਨਹੀਂ, ਉਹ ਤੇ ਸਾਡੀ ਕਲਮ ਨਾਲ ਹੀ ਮਰ ਜਾਏਗਾ। ਦੇਖੋ ਕਿੰਨੀ ਵੱਡੀ ਗੱਲ ਹੈ। ਕਿੰਨੇ ਜ਼ਾਲਮਾਂ ਨੂੰ ਗੁਰੂ ਸਾਹਿਬ ਨੇ ਤੀਰਾਂ ਨਾਲ ਮਾਰਿਆ, ਤੇਗਾਂ ਨਾਲ ਝਟਕਾਇਆ, ਪਰ ਇਹਨਾਂ ਸਾਰਿਆਂ ਦਾ ਜਿਹੜਾ ਸਰਦਾਰ ਸੀ ਔਰੰਗਜ਼ੇਬ, ਉਹਨੂੰ ਕਲਮ ਦੇ ਨਾਲ ਹੀ ਮਾਰ ਦਿੱਤਾ, ਜ਼ਫਰਨਾਮਾ ਲਿਖ ਕੇ। ਕਿੰਨੀ ਵੱਡੀ ਬਖਸ਼ਿਸ਼। ਸੋ ਇਸ ਤਰ੍ਹਾਂ ਦੇ ਵਚਨ ਕੀਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਖੋਵਾਲ ਨਾਂ ਦੀ ਇੱਕ ਧਰਤੀ ਜਿਹੜੀ ਮੁੱਲ ਖਰੀਦੀ। ਉਹ ਮੁੱਲ ਖਰੀਦ ਕੇ ਧਰਤੀ, ਉਹਦਾ ਨਾਂ ਰੱਖਿਆ ਚੱਕ ਮਾਤਾ ਨਾਨਕੀ, ਭਾਵ ਆਪਣੀ ਮਾਤਾ ਦੇ ਨਾਂ ਤੇ। ਪਹਾੜਾਂ ਦੀ ਗੋਦ ਵਿੱਚ ਬੜੀ ਸੁੰਦਰ ਥਾਂ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਟਿਕਾਣਾ ਬਣਾ ਕੇ ਸੰਗਤਾਂ ਨੂੰ ਨਾਮ ਜਪਾਉਣਾ ਸ਼ੁਰੂ ਕੀਤਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਰਿਵਾਰ ਹੈ, ਉਹ ਪਟਨਾ ਸਾਹਿਬ ਹੈ।
बालक गोबिंद राय जी, माता गुजरी जी ते माता नानकी जी, मामा कृपाल चंद जी सारे उत्थे ने। जदों बाल गोबिंद राय जी 8 साल की उम्र के होए तो उदों सुनेहा दे के पातशाह ने बाल गोबिंद राय जी नूं चक माता नानकी नगर बुला लिया। ते जदों चक माता नानकी नगर की जूह विच बाल गोबिंद राय जी ने कदम टकाया, 8 साल की उम्र है, ते कदम टका के उत्थे दी प्रकृति के अजब नज़ारे वेख के मूँह दे विचों सुते सुभा निकलिया, आनंद पिया मेरी माए सतगुरु मैं पाया। कहंदे इस नगर का नाम की है? सेवादार कहंदे जी, कहंदे चक माता नानकी, कहंदे नहीं इत्थे ते आनंद ही बड़ा, इहदा नाम आनंदपुर होना चाहिए। जदों सेवादारा ने गुरु तेग बहादुर साहब जी नूं आके दसिया कि बाल गोबिंद राय जी ने आ वचन कीता है, सतगुरु जी मुस्कुराए, कहंदे उन्होंने कुछ गलत नहीं किया, ये सच है, ये वाकई आनंदा की पूरी होई, आनंदपुर साहब नाम पिया। ते गुरु प्यारिओ, जदों औरंगजेब ने अपने तानाशाही सुभाअ नूं दिखाउंदिआं ये ऐलान किया कि जिहड़ा धक्के नाल इस्लाम कबूल करता है उन्होंने धक्के नाल कराओ, जिहड़ा प्रेम नाल इस्लाम कबूल करता है उन्होंने प्रेम नाल कराओ, जिहड़ा नहीं मनता उन्होंने मौत के घाट उतार दिओ, जिहड़ा लालच दे नाल मनदा उन्होंने लालच दे नाल मनाओ। ते 1.25 मन जनेऊ ला के तुसीं मैनूं रोज़ शाम तक इत्थे पहुँचदा कर। 1.25 मन जनेऊ तकड़ी च तोलदा, फिर औरंगजेब प्रशादा छकिया करता, इन्ना जबर धक्का। ते जिहड़ा ये शाही फरमान उन्हें लागू किया वो जम्मू कश्मीर की धरती तो शुरू होया, जिथे दे कश्मीरी पंडितां ने जदों औरंगजेब दे सिपे सलाहकार औरंगजेब का फरमान लैके उत्थे पहुंचे ने, उन्होंने कानून बना के लागू करन लगे, तो उस समय उत्थे दे ब्राह्मणों ने उन्होंने कहा कि देखो जी सानू तुसी 1.25 महीना दे दिओ, असी अपने इष्ट देवी देवतियां नूं मनावांगे, जे तां साडे देवी देवतियां ने साडा धर्म बचा लिया फिर तो असीं जित गए, जे उन्होंने साडा धर्म ना बचाया फिर जिवें कहोगे उस तरह कर लवांगे। हुण उन्होंने हौमे विच आके कह दिता कि चलो जी तुहानूं 1.25 महीना दिता। पंडित कृपा राम ने अपने सारे साथियों नाल बैठ के विचार बनाई, विचार विचों ये फैसला होया कि 11 बंदे जिहड़े ने आगू चुने जाण, उन्हां दा मुखी पंडित कृपा राम नूं बनाया जाए, ते अमरनाथ मंदिर जिहड़ा कि हिंदू धर्म का बहुत ही मानता प्राप्त मंदिर है, हिंदू धर्म की आस्था बड़ी है उहदे ते, भगवान शिव का मंदिर है, भी उत्थे जाके अरदासां कीतियां जाण, भगवान दीयां मिन्नतां करियां जाण, ताकि साडा जिहड़ा धर्म है बच जाए। हुण इतिहासकार लिखते हैं कि पंडित कृपा राम 11 ब्राह्मणों का जथा लैके अमरनाथ पहुंचे, जिथे जाके उन्होंने अरदास की, ते अरदास करके प्रण लिया कि भगवान जी असीं तुहाडे ते आस्था रखते हाँ, ते सनातन धर्म नूं मनते हाँ, ते अज साडे धर्म ते विपदा आण पई, ते तुसीं साडे धर्म की राखी करो, नहीं तो असीं इत्थे भुखे प्राण त्याग दें। ये अरदास करके वो चौंकड़ा मार के बैठ गए। हुण कुछ क दिन भुखियां ध्याइयां उत्थे बैठियां नूं लंघ गए, वो भी सिरड़ी सी, पक्के सी,
ਤੇ ਉਹਨਾਂ ਦਾ ਸਿਰੜ ਵੇਖ ਕੇ ਪ੍ਰਮਾਤਮਾ ਦਾ ਸਿੰਘਾਸਨ ਡੋਲਿਆ ਤੇ ਰਾਤ ਨੂੰ ਸੁੱਤੇ ਪਏ ਨੂੰ ਪੰਡਿਤ ਕਿਰਪਾ ਰਾਮ ਨੂੰ ਭਵਿੱਖਬਾਣੀ ਹੋਈ। ਕਹਿੰਦੇ ਪੰਡਿਤ ਕਿਰਪਾ ਰਾਮ ਜੀ, ਇੱਥੇ ਭੁੱਖੇ ਮਰਨ ਦਾ ਕੋਈ ਫਾਇਦਾ ਨਹੀਂ। ਇਸ ਕਲਯੁਗ ਦੇ ਵਿੱਚ ਤੁਸੀਂ ਧਰਮ ਤੇ ਸ਼ਰਧਾ ਰੱਖਦੇ ਹੋ, ਤੁਹਾਡਾ ਧਰਮ ਬਚ ਸਕਦਾ ਹੈ। ਜੇ ਤੁਸੀਂ ਧਰਮ ਬਚਾਉਣਾ ਚਾਹੁੰਦੇ ਹੋ ਤਾਂ ਇਸ ਕਲਯੁਗ ਦੇ ਵਿੱਚ ਜਿਹਨੂੰ ਭਗਵਾਨ ਨੇ ਯੁਗ ਪੁਰਸ਼ ਬਣਾਇਆ, ਉਸ ਯੁਗ ਪੁਰਸ਼ ਦੇ ਚਰਨ ਫੜੋ। ਸਮੇਂ ਸਮੇਂ ਦੇ ਅਵਤਾਰੀ ਪੁਰਸ਼ ਆਉਂਦੇ ਰਹੇ ਨੇ। ਹੁਣ ਜਿਵੇਂ ਤ੍ਰੇਤਾ ਯੁਗ ਦੇ ਵਿੱਚ ਰਾਮ ਜੀ ਆਏ, ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਆਏ, ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਆਏ। ਇਹ ਵੱਖੋ ਵੱਖਰੇ ਯੁਗ ਪੁਰਸ਼ਾਂ ਦੀ ਡਿਊਟੀ ਲੱਗਦੀ ਹੈ। ਕਹਿੰਦੇ ਹੁਣ ਤੁਸੀਂ ਇਸ ਯੁੱਗ ਦੇ ਵਿੱਚ ਜਿਹੜਾ ਯੁਗ ਪੁਰਸ਼ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਦੀ 9ਵੀਂ ਜੋਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਰੂਪ ਵਿੱਚ ਜਗਮਗ ਕਰ ਰਹੀ ਹੈ। ਉੱਥੇ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਤੁਸੀਂ ਬੇਨਤੀ ਕਰੋ ਤੇ ਫਿਰ ਤੁਹਾਡਾ ਧਰਮ ਬਚ ਸਕਦਾ ਹੈ। ਤੇ ਸਵੇਰੇ ਉੱਠਦਿਆਂ ਪੰਡਿਤ ਕਿਰਪਾ ਰਾਮ ਨੇ ਆਪਣੇ ਨਾਲ ਦਿਆਂ ਨੂੰ ਸਾਰੀ ਗੱਲ ਦੱਸੀ। ਉਹ ਕਹਿੰਦੇ ਫਿਰ ਦੇਰੀ ਕਰਨ ਦੀ ਲੋੜ ਨਹੀਂ, ਆਪਾਂ ਇੱਥੋਂ ਚਾਲੇ ਪਾਈਏ, ਆਪਾਂ ਨੂੰ ਪਹੁੰਚਣ ਨੂੰ ਵੀ ਸਮਾਂ ਲੱਗ ਜਾਣਾ ਤੇ ਜਾ ਕੇ ਉਹਨਾਂ ਦੇ ਅੱਗੇ ਬੇਨਤੀ ਕਰੀਏ। ਤੇ ਉੱਥੋਂ ਚੱਲ ਪਏ। ਇੱਧਰੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਰੋਜ਼ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਦੀਵਾਨ ਸਜਾਉਂਦੇ ਨੇ। ਬੜੀਆਂ ਸੰਗਤਾਂ ਬੈਠੀਆਂ, ਗੁਰੂ ਸਾਹਿਬ ਜੀ ਵੈਰਾਗਮਈ ਬਾਣੀ ਦੀ ਵਿਚਾਰ ਕਰਦੇ ਨੇ, ਕਥਾ ਸੁਣਾਉਂਦੇ ਨੇ, ਕੀਰਤਨ ਹੁੰਦਾ ਹੈ ਤੇ ਸੰਗਤਾਂ ਪਰਮਾਤਮਾ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੀਆਂ। ਦੀਵਾਨ ਸਜਿਆ ਤੇ ਇੱਧਰੋਂ ਪੰਡਿਤ ਕਿਰਪਾ ਰਾਮ ਜੀ 11 ਬ੍ਰਾਹਮਣਾਂ ਦੇ ਜਥੇ ਨੂੰ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਦੀਵਾਨ ਸਜਿਆ। ਜਿੱਥੇ ਜੋੜੇ ਲਾਏ ਸੀ ਸਾਰੀਆਂ ਸੰਗਤਾਂ ਨੇ ਉੱਥੇ ਜੋੜੇ ਲਾ ਦਿੱਤੇ, ਹੱਥ ਪੈਰ ਧੋਤੇ ਤੇ ਦੀਵਾਨ ਸਜਿਆ ਸੀ। ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰ ਕਰ ਰਹੇ ਸੀ। ਇਹ ਪਹਿਲਾਂ ਪਿੱਛੇ ਖਲੋ ਗਏ ਸੰਗਤ ਦੇ ਵਿੱਚ ਵੀ ਹਲੇ ਗੱਲ ਨਹੀਂ ਹੋਣੀ, ਹਲੇ ਗੁਰੂ ਸਾਹਿਬ ਵਿਚਾਰ ਕਰ ਰਹੇ ਨੇ। ਪਰ ਮਹਾਰਾਜ ਜੀ ਦੀ ਨਿਗਾਹ ਇਹਨਾਂ ਤੇ ਪੈ ਗਈ। ਜਦੋਂ ਦੀਵਾਨਾਂ ਦੀ ਸਮਾਪਤੀ ਹੋਈ ਫਿਰ ਗੁਰੂ ਸਾਹਿਬ ਜੀ ਨੇ ਆਖਿਆ ਵੀ ਜਿਗਿਆਸੂ ਇੱਥੇ ਕਿਉਂ ਖਲੋਤੇ ਹੋ, ਆਓ ਨੇੜੇ ਆਓ, ਕੀ ਤਕਲੀਫ ਹੈ ਤੁਹਾਨੂੰ। ਇਹ ਨੇੜੇ ਗਏ, ਇਹਨਾਂ ਨੇ ਚਰਨਾਂ ਤੇ ਨਮਸਕਾਰ ਕੀਤੀ। ਹੁਣ ਉੱਥੋਂ ਭਵਿੱਖਬਾਣੀ ਹੋਈ ਹੈ ਤੇ ਪੰਡਿਤ ਕਿਰਪਾ ਰਾਮ ਜੀ ਰੋਂਦੇ ਰੋਂਦੇ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਕਹਿੰਦੇ ਦੁਆਪਰ ਦੇ ਵਿੱਚ ਵੀ ਤੁਸੀਂ ਸੀ, ਤ੍ਰੇਤਾ ਵਿੱਚ ਵੀ ਤੁਸੀਂ ਸੀ, ਹੁਣ ਕਲਯੁਗ ਦੇ ਵਿੱਚ ਵੀ ਆਪ ਜੀਓ, ਕਿਰਪਾ ਕਰਕੇ ਸਾਡਾ ਡੁੱਬਦਾ ਧਰਮ ਬਚਾਓ। ਮਹਾਰਾਜ ਕਹਿੰਦੇ ਕੀ ਹੋਇਆ। ਜਦੋਂ ਉਹਨਾਂ ਨੇ ਸਾਰੀ ਗੱਲਬਾਤ ਦੱਸੀ, ਗੁਰੂ ਸਾਹਿਬ ਦੇ ਜਾਣੀ ਜਾਣ ਸੀ ਪਰ ਮੂੰਹ ਤੋਂ ਸੁਣਨਾ ਚਾਹੁੰਦੇ ਸੀ। ਸਾਰੀ ਗੱਲਬਾਤ ਦੱਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਨੇਤਰ ਬੰਦ ਕਰ ਲਏ। ਨੇਤਰ ਬੰਦ ਕਰ ਲਏ ਤੇ ਇਤਨੇ ਨੂੰ ਬਾਲ ਗੋਬਿੰਦ ਰਾਏ ਜੀ, ਜਿਨ੍ਹਾਂ ਦੀ 9 ਸਾਲ ਦੀ ਉਮਰ ਹੈ, ਖੇਡਦੇ ਖੇਡਦੇ ਪਿਤਾ ਦੀ ਗੋਦ ਵਿੱਚ ਆ ਬੈਠੇ। ਤੇ ਜਦੋਂ ਉਹਨਾਂ ਦੀ ਨਿਗਾਹ ਉਹ ਦੁਖਿਆਰਿਆਂ ਤੇ ਪਈ, ਨੀਵੀਆਂ ਪਾਈਆਂ, ਅੱਖਾਂ ਵਿੱਚ ਅਥਰੂ ਨੇ, ਹਜ਼ੂਰੀਏ ਪਾਏ ਨੇ, ਹੱਥ ਜੁੜੇ ਨੇ। ਕਹਿੰਦੇ ਪਿਤਾ ਜੀ ਇਹ ਦੁਖੀ ਵਿਅਕਤੀ ਕੌਣ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪੁੱਤਰ ਦਾ ਮਸਤਕ ਚੁੰਮਿਆ ਤੇ ਸਾਰੀ ਗੱਲ ਆਪਣੇ ਪੁੱਤਰ ਨੂੰ ਦੱਸੀ ਵੀ ਹੁਣ ਇਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ ਕਿਸੇ ਮਹਾਂਪੁਰਸ਼ ਦੀ ਲੋੜ ਹੈ ਤੇ ਪੁੱਤਰ ਜੀ ਤੁਸੀਂ ਦੱਸੋ ਕਿਵੇਂ ਕਰੀਏ। ਤਾਂ ਬਾਲ ਗੋਬਿੰਦ ਰਾਏ ਜੀ ਉਮਰ ਤੇ 9 ਸਾਲ ਦੀ ਹੈ ਪਰ ਜੋਤ ਵਿੱਚ ਵੱਡੀ ਹੈ। ਕਹਿੰਦੇ ਪਿਤਾ ਜੀ ਤਿੰਨਾਂ ਲੋਕਾਂ ਦੇ ਵਿੱਚ, ਚਾਰਾਂ ਯੁੱਗਾਂ ਦੇ ਵਿੱਚ ਇਸ ਸਮੇਂ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੌਣ ਹੈ। ਤੁਸੀਂ ਗੁਰੂ ਨਾਨਕ ਸਾਹਿਬ ਦੀ 9ਵੀਂ ਜੋਤ ਹੋ। ਇਹ ਤੁਹਾਡੇ ਤੇ ਆਸ ਰੱਖ ਕੇ, ਭਰੋਸਾ ਰੱਖ ਕੇ ਆਏ ਨੇ ਤੇ ਇਹਨਾਂ ਦੀ ਬਾਂਹ ਫੜੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਆਪਣੇ ਪੁੱਤਰ ਨੂੰ ਕਲੇਜੇ ਨਾਲ ਲਾਇਆ। ਕਹਿੰਦੇ ਪੁੱਤਰ ਬਸ ਮੈਂ ਇਹੀ ਭਾਵਨਾ ਤੇਰੀ ਵੇਖਣਾ ਚਾਹੁੰਦਾ ਸੀ।
सतगुरु सच्चे पातशाह जी कहते जाओ पंडित कृपा राम जी औरंगजेब तक साडा सुनेहा पहुँचा दिओ भी साडे आनंदपुर साहब वाले गुरु नूं पहला इस्लाम धर्म कबूल करा लो, जे वो मन गए तो असी भी इस्लाम धर्म में आ जाए। सत वचन कह के सारे जल पानी छक के वापस आ गए ते जो मैसेज गुरु ने लाया सी वो मैसेज उन्होंने अगे ला दिता। वो मैसेज हुंदा हुंदा औरंगजेब के कन्नां तक पहुँच गया ते औरंगजेब ने उस समय बिना देरी कीतियां सतगुरु गुरु तेग बहादुर साहब जी की गिरफ्तारी के ऑर्डर जारी कर दिए, उन्होंने गिरफ्तार करो। जदों गुरु तेग बहादुर साहब तक दिल्ली की संगत राही ये गल पातशाह तक पहुंची भी औरंगजेब ने आप जी को गिरफ्तार करने का हुक्म दे दिता ते सतगुरु सच्चे पातशाह जी मुस्कुरा के बोले, कहते भाई संगत जी ना असी चोर हाँ, ना असी डाकू हाँ, ना असी कातल हाँ, ना असी झूठे हैं भी सानू ने गिरफ्तार करने के ऑर्डर दे दिते। कोई गल नहीं, वो सानू मिलना चाहता है, असी खुद चल के जाना। तो सतगुरु सच्चे पातशाह जी ने अपने नाल कुछ नामी सिखां नूं भाई मती दास, भाई सती दास, भाई दयाला जी, 2 सिख होर 5 सिखां नूं नाल लैके सतगुरु सच्चे पातशाह जी बाल गोबिंद राय जी वल गुरता गद्दी का इशारा करके संगतां नूं मिलदे होए, संगतां नूं असीसां दिंदे होए आनंदपुर साहब की धरती तो दिल्ली वाल नूं चाले पा दिया। फिर वक्खो वक्खरे नगरां विच जिथे जिथे कोई प्रेम नाल याद करदा उत्थे सतगुरु सच्चे पातशाह जी संगतां नूं नवाजदे होए प्यार वाले गुरसिखां नूं दर्शन दिंदे होए आगरे की धरती ते पहुंचे, जिथे एक आजड़ी के राही गुरु तेग बहादुर साहब जी ने अपनी गिरफ्तारी दी। सो इस तरह गुरु प्यारिओ बाणी कहती है कि शूरवीर बचन के बली कौला वापरी संति छली। जेडे महापुरुष होया करते हैं, युग पुरुष होया करते हैं, गुरु पीर पैगंबर होया करते हैं, जेडे वाहिगुरु जी के भाणे विच रहिंदे ने वो परमात्मा की लाई हुई ड्यूटी नूं सिर धड़ दी बाजी ला के निभाउंदे ने। हुण गुरु तेग बहादुर साहब महाराज सच्चे पातशाह जी को गिरफ्तार करके आगरे तो दिल्ली लिया गया। दिल्ली लिया के सब तो पहला तो एक भूतां वाली हवेली उत्थे मशहूर सी, जिहदे विच कल्ले गुरु तेग बहादुर साहब महाराज जी को कैद किया गया डराउण की खातर, ये डर जाएंगे। ते ओदी छोटी जी खिड़की सी जिहड़ी वो खुली छड़ दी ते पहरेदार की ड्यूटी ला दी भी तुसीं निगरानी रखनी है भी अंदर हो की गया। हुण जिन्नियां बदरूहां भटकदियां फिरदियां सी, बदरूहां किहनूं कहा जाता है? जदों कोई इंसान नाम नहीं जपदा अकिरत घणा वाली जिंदगी जिउंदा है ते जदों वो मरदा है ते ओदी रूह जां ते जूना च भटकदी है जां वैसे भटकदी है। जिवें कि बाणी दे विच आपां वचन पढ़दे हां कि जिहदी सुरत माया विच होवे वो सर्प जोन विच पैंदा है, जिहदी घर विच होवे वो प्रेत जूनी विच पैंदा है। सो इस तरह वो जिन्नियां बदरूहां भटक रही सी, मुक्ति नूं लोच रही सी, जदों गुरु तेग बहादुर साहब महाराज सच्चे पातशाह नूं पहलां तो उन्होंने डराउण दा यतन कीता। महाराज चौंकड़ा मार के समाधि ला के परमेश्वर के चरणों में लीन होकर बैठ गए। जदों उन्होंने देखिया कि ये तो साडे डराया डरदा नहीं कि वो आम इंसान नहीं, कोई बली पैगंबर लगता है, तो उस समय चरणों में आके उन्होंने नमस्कार की ते सतगुरु सच्चे पातशाह जी ने सारिਆਂ ਦਾ भला किया, उधार किया। सवेर नूं जदों हवेली का बूहा खोलिया गुरु तेग बहादुर साहब अडोल बैठे ने, वो कहते इत्थे डरे नहीं घबराए नहीं। पहरेदार ने पूछा कि तुहानूं रात नूं इत्थे डर नहीं लग्या? गुरु तेग बहादुर साहब महाराज कहते भै काहू को देत नहीं,
ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਨਾ ਕਿਸੇ ਨੂੰ ਡਰ ਦੇਣਾ ਤੇ ਨਾ ਕਿਸੇ ਦਾ ਡਰ ਲੈਣਾ, ਭਾਵ ਨਾ ਡਰਨਾ ਤੇ ਨਾ ਡਰਾਉਣਾ। ਡਰ ਕਾਹਦਾ? ਡਰ ਕਿਸ ਗੱਲ ਦਾ? ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ। ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਦਾਖਲ ਹੋਣਾ ਹੈ, ਜਦੋਂ ਅਸੀਂ ਗੁਰੂ ਦੇ ਬਣਨਾ ਹੈ, ਗੁਰੂ ਨਿਧੜਕ ਹੋ ਕੇ ਸਾਨੂੰ ਉਪਦੇਸ਼ ਦਿੰਦਾ ਕਿ ਪਹਿਲਾ ਮਰਨ ਕਬੂਲ। ਜੇ ਮੇਰੇ ਕੋਲ ਆਉਣਾ ਹੈ, ਮੇਰਾ ਬਣਨਾ ਚਾਹੁੰਦਾ ਹੈ, ਤੇ ਸਿੱਧੇ ਲਫ਼ਜ਼ਾਂ ਵਿੱਚ ਗੁਰੂ ਕਹਿੰਦਾ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਉਹ ਸਭਨਾ ਕੀ ਰੇਣੂਕਾ, ਤਾਂ ਆਓ ਹਮਾਰੇ ਪਾਸ। ਪਹਿਲਾਂ ਮਰਨਾ ਕਬੂਲ ਕਰਨਾ ਪਏਗਾ, ਜਿਉਣ ਦੀ ਆਸਾ ਛੱਡਣੀ ਪਏਗੀ, ਤੇ ਫਿਰ ਤੂੰ ਮੇਰੇ ਕੋਲ ਆ ਜਾ। ਕਹਿੰਦੇ ਮਰਨ ਦਾ ਲਫ਼ਜ਼ ਤੇ ਪਹਿਲੀ ਮਿਟਾ ਦਿੱਤਾ ਸਾਡੀ ਜ਼ਿੰਦਗੀ ਵਿੱਚੋਂ ਗੁਰੂ ਨੇ। ਤੇ ਗੁਰੂ ਪਿਆਰਿਓ, ਬੜੇ ਤਰ੍ਹਾਂ ਦੇ ਉਹਨਾਂ ਨੇ ਯਤਨ ਕੀਤੇ ਕਿ ਗੁਰੂ ਤੇਗ ਬਹਾਦਰ ਸਾਹਿਬ ਕਿਸੇ ਤਰੀਕੇ ਨਾਲ ਡੋਲ ਜਾਣ, ਮੰਨ ਜਾਣ। ਫਿਰ ਔਰੰਗਜ਼ੇਬ ਨੇ ਖੁਦ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਗੱਲ ਕੀਤੀ। ਕਹਿੰਦਾ ਜੀ ਤੁਸੀਂ ਬਹੁਤ ਮੰਨੇ ਪਰਮੰਨੇ ਪੈਗੰਬਰ ਹੋ, ਤੁਹਾਡੇ ਮਗਰ ਬੜੀ ਦੁਨੀਆ ਹੈ, ਤੇ ਆਪਾਂ ਚਾਹੁੰਦੇ ਹਾਂ ਵੀ ਸਾਰੇ ਇੱਕ ਹੋ ਜਾਈਏ, ਤੁਸੀਂ ਸਾਡਾ ਦੀਨ ਕਬੂਲ ਕਰ ਲਓ। ਸਾਰੇ ਆਪਣੇ ਆਪ ਤੁਹਾਡੇ ਮਗਰ ਇਸਲਾਮ ਧਰਮ ਕਬੂਲ ਕਰ ਲੈਣਗੇ, ਨਾਲੇ ਸਾਨੂੰ ਹਥਿਆਰ ਚੁੱਕਣ ਦੀ ਲੋੜ ਨਹੀਂ, ਨਾਲੇ ਕਿਸੇ ਨੂੰ ਮਾਰਨ ਦੀ ਲੋੜ ਨਹੀਂ। ਬੜੀ ਸਿਆਸਤ ਖੇਡੀ ਉਹਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਮੁਸਕਰਾਏ, ਕਹਿੰਦੇ ਭਾਈ ਜੇ ਅਸੀਂ ਤੇਰਾ ਧਰਮ ਕਬੂਲ ਕਰ ਲਈਏ ਤਾਂ ਕੀ ਇਸ ਗੱਲ ਦੀ ਗਰੰਟੀ ਹੈ ਵੀ ਤੇਰੇ ਧਰਮ ਵਿੱਚ ਆ ਕੇ ਮੌਤ ਨਹੀਂ ਹੋਏਗੀ? ਹੁਣ ਇੱਥੇ ਜਿਹੜਾ ਸਵਾਲ ਗੁਰੂ ਸਾਹਿਬ ਕਰ ਰਹੇ ਨੇ, ਇਹ ਉਹਨੂੰ ਪੈਰੋਂ ਕੱਢਣ ਵਾਸਤੇ ਕਰਦੇ ਨੇ ਵੀ ਜੇ ਅਸੀਂ ਇਸਲਾਮ ਵਿੱਚ ਆ ਜਾਈਏ ਤਾਂ ਇਸ ਗੱਲ ਦੀ ਕੀ ਗਰੰਟੀ ਹੈ ਵੀ ਅਸੀਂ ਇਸਲਾਮ ਕਬੂਲ ਕਰਕੇ ਮਰਾਂਗੇ ਨਹੀਂ, ਸਦੀ ਜਿਉਂਦੇ ਰਹਾਂਗੇ। ਕਹਿੰਦਾ ਜੀ ਮਰਨਾ ਤੇ ਸਾਰਿਆਂ ਦੀ ਤੈਅ। ਕਹਿੰਦੇ ਫਿਰ ਜੇ ਮਰਨਾ ਹੀ ਹੈ, ਫਿਰ ਆਪਣੇ ਧਰਮ ਦੇ ਵਿੱਚ ਰਹਿ ਕੇ ਕਿਉਂ ਨਾ ਮਰਿਆ ਜਾਵੇ? ਜਿਵੇਂ ਤੁਹਾਨੂੰ ਤੁਹਾਡਾ ਧਰਮ ਪਿਆਰਾ ਹੈ, ਸਾਨੂੰ ਸਾਡਾ ਧਰਮ ਪਿਆਰਾ ਹੈ। ਕਹਿੰਦੇ ਜਾਂ ਤਾਂ ਦੀਨ ਕਬੂਲ ਕਰ ਲਓ ਜਾਂ ਕੋਈ ਕਰਾਮਾਤ ਦਿਖਾ ਦਿਓ। ਮਹਾਰਾਜ ਕਹਿੰਦੇ ਕਰਾਮਾਤ ਕਹਿਰ ਦਾ ਨਾਮ ਹੈ। ਹੁਣ ਦੇਖੋ ਕਰਾਮਾਤਾਂ ਦੀ ਗੱਲ ਇਤਿਹਾਸ ਵਿੱਚ ਕਈ ਸਿੱਖਾਂ ਨੇ ਕੀਤੀ ਹੈ। ਕਰਾਮਾਤ ਹੁੰਦੀ ਕੀ ਹੈ? ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੱਤੀ ਤਵੀ ਤੇ ਬੈਠੇ, ਉਦੋਂ ਸਾਈਂ ਮੀਆਂ ਮੀਰ ਜੀ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਦੇ ਸਮਰੱਥ ਹੋ, ਤੁਸੀਂ ਕੋਈ ਕਰਾਮਾਤ ਕਰਦੇ ਹੋ। ਹੁਣ ਤੱਤੀ ਤਵੀ ਤੇ ਬੈਠੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੇ ਕੋਈ ਕੌਤਕ ਵਰਤਾ ਕੇ ਤੱਤੀ ਤਵੀ ਨੂੰ ਠੰਡਾ ਕਰ ਦੇਣ, ਉਹਨੂੰ ਕਰਾਮਾਤ ਕਵਾਂਗੇ, ਜਾਂ ਜਿਹੜਾ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਠੰਡਾ ਹੈ ਉਹਨੂੰ ਕਰਾਮਾਤ ਕਵਾਂਗੇ। ਵੱਡੀ ਕਰਾਮਾਤ ਕਿਹੜੀ ਹੋਈ? ਤੱਤੀ ਤਵੀ ਤੇ ਬੈਠ ਕੇ ਤੱਤੀ ਤਵੀ ਨੂੰ ਠੰਡਾ ਕਰ ਦੇਣਾ ਵੱਡੀ ਕਰਾਮਾਤ ਹੋਈ, ਜਾਂ ਤੱਤੀਆਂ ਤਵੀਆਂ ਦੇ ਉੱਤੇ ਬੈਠ ਕੇ ਸੀਸ ਵਿੱਚ ਗਰਮ ਰੇਤ ਪਵਾ ਕੇ ਮੁਸਕਰਾ ਕੇ ਜਵਾਨ ਜੋ ਇਹ ਕਹਿਣਾ ਕਿ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ, ਇਹ ਵੱਡੀ ਕਰਾਮਾਤ। ਕਰਾਮਾਤਾਂ ਦੇ ਸਾਹਮਣੇ ਵਰਤ ਰਹੀਆਂ ਨੇ ਗੁਰੂ ਘਰ ਵਿੱਚ। ਜੇ ਹੁਣ ਆਪਾਂ ਕਹੀਏ ਗੁਰੂ ਘਰ ਵਿੱਚ ਕਰਾਮਾਤ ਹੈ ਨਹੀਂ, ਇਹ ਨਹੀਂ ਹੋ ਸਕਦਾ, ਪਰ ਇਹ ਕਰਾਮਾਤ ਵੱਖਰੇ ਤਰੀਕੇ ਦੀ ਹੈ। ਅਸੀਂ ਕਰਾਮਾਤਾਂ ਕਿਹਨੂੰ ਸਮਝਦੇ ਹਾਂ ਵੀ ਮਜ਼ਾਰੀਆਂ ਵਾਲੇ ਤਮਾਸ਼ੇ ਵਿਖਾਉਣੇ ਨੂੰ ਕਰਾਮਾਤ ਨਹੀਂ ਕਹਿੰਦੇ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਘਰਾਂ ਚੋਂ ਬਾਹਰ ਨਿਕਲ ਤੋਂ ਵੀ ਡਰਦੇ ਸੀ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਵਾ ਸਵਾ ਲੱਖ ਦੇ ਟਾਕਰੇ ਤੇ ਖਿਲਾੜ ਦੇਣਾ, ਇਹ ਵੀ ਕਿੱਡੀ ਵੱਡੀ ਕਰਾਮਾਤ ਹੈ। ਗੁਰੂ ਸਾਹਿਬ ਖਾਲਸਾਈ ਫੌਜਾਂ ਕੋਈ ਦਰਗਾਹ ਤੋਂ ਤਾਂ ਨਾਲ ਨਹੀਂ ਲੈ ਕੇ ਆਏ। ਆਨੰਦਪੁਰ ਸਾਹਿਬ ਦੀ ਧਰਤੀ ਤੇ 80,000 ਦਾ ਇਕੱਠ ਇਸੇ ਹਿੰਦੁਸਤਾਨ ਦੀ ਧਰਤੀ ਤੇ ਵਸਦੇ ਲੋਕਾਂ ਨੇ ਕੀਤਾ। ਇਸੇ 80,000 ਦੇ ਵਿੱਚੋਂ ਇਸੇ ਧਰਤੀ ਤੇ ਰਹਿਣ ਵਾਲੇ ਵਸਨੀਕਾਂ ਵਿੱਚੋਂ 5 ਪਿਆਰੇ ਚੁਣੇ। 5 ਪਿਆਰਿਆਂ ਨੇ ਆਪਣੇ ਸੀਸ ਭੇਟ ਕੀਤੇ, ਸੀਸ ਦੇ ਕੇ ਸਿੱਖੀ ਲਈ, ਅੰਮ੍ਰਿਤ ਲਿਆ, ਸਿੰਘ ਸਜੇ।
ਅੱਗੋਂ ਉਹਨਾਂ ਵਿੱਚੋਂ ਹੀ ਹੋਰ ਸੰਗਤਾਂ ਪ੍ਰੇਰਿਤ ਹੋ ਕੇ ਅੰਮ੍ਰਿਤ ਛਕ ਕੇ ਗੁਰਸਿੱਖ ਬਣੀਆਂ। ਇਸੇ ਧਰਤੀ ਦੇ ਵਿੱਚੋਂ ਸਾਡੇ ਲੋਕਾਂ ਵਿੱਚ ਖਾਲਸਾ ਪੈਦਾ ਕੀਤਾ। ਇਹੀ ਕਰਾਮਾਤ ਹੈ, ਇਹੀ ਵੱਡੀ ਕਰਾਮਾਤ ਹੈ। ਸੋ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਭਾਈ ਜਿਹੜੀਆਂ ਕਰਾਮਾਤਾਂ ਦੀ ਗੱਲ ਤੁਸੀਂ ਕਰਦੇ ਹੋ ਨਾ, ਉਹ ਕਹਿਰ ਹੈ, ਗੁਰੂ ਘਰ ਵਿੱਚ ਪ੍ਰਵਾਨ ਹੈ। ਕਹਿੰਦੇ ਫਿਰ ਤੀਸਰੀ ਸ਼ਰਤ ਇਹ ਹੈ ਵੀ ਮਰਨ ਲਈ ਤਿਆਰ ਹੋ ਜਾਓ। ਮਹਾਰਾਜ ਹੱਸ ਕੇ ਕਹਿੰਦੇ, ਔਰੰਗਜ਼ੇਬ ਇਹ ਗੱਲਾਂ ਤੂੰ ਉਹਨੂੰ ਸੁਣਾ ਜਿਹੜਾ ਮੌਤ ਦੇ ਨਾਂ ਤੋਂ ਡਰਦਾ ਹੋ। ਸਾਡੇ ਧਰਮ ਦੇ ਵਿੱਚ ਦਾਖਲ ਹੋਣ ਤੋਂ ਪਹਿਲੀ ਸ਼ਰਤ ਹੀ ਇਹੀ ਹੈ ਵੀ ਮਰਨਾ ਕਬੂਲ ਕਰ, ਮੌਤ ਨੂੰ ਆਪਣੇ ਗਲ ਨਾਲ ਲਾ, ਇਹਨੂੰ ਕਬੂਲ ਕਰ। ਲਾਜਵਾਬ ਹੋ ਕੇ ਚਲਾ ਗਿਆ ਤੇ ਸਭ ਤੋਂ ਪਹਿਲਾਂ ਪਲੈਨਿੰਗ ਬਣਾਈ ਗਈ ਵੀ ਜਿਹੜੇ ਗੁਰੂ ਸਾਹਿਬ ਦੇ ਨਾਲ ਸਿੱਖ ਨੇ, ਪਹਿਲਾਂ ਇਹਨਾਂ ਨੂੰ ਤਸੀਹੇ ਦੇ ਕੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੱਲੇ ਕੱਲੇ ਨੂੰ ਸ਼ਹੀਦ ਕੀਤਾ ਜਾਏ ਤੇ ਆਪੇ ਡੋਲ ਜਾਣਗੇ। ਹੁਣ ਗੁਰੂ ਪਿਆਰਿਓ ਡਲਾਉਣਾ ਕਿਹਨੂੰ ਚਾਹੁੰਦੇ ਨੇ? ਜਿਹਦੇ ਅੱਗੇ ਅਸੀਂ ਅਰਦਾਸਾਂ ਕਰਦੇ ਹਾਂ ਕਿ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਉਹਨੂੰ ਡਲਾਉਣਾ ਚਾਹੁੰਦੇ ਨੇ, ਜਿਹੜਾ ਆਪ ਅਡੋਲ ਹੈ, ਸਥਿਰ ਹੈ। ਇਤਿਹਾਸ ਆਪਾਂ ਜਾਣਦੇ ਹਾਂ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਬਾਰੋ ਬਾਰੀ, ਇਹਨਾਂ ਗੁਰਸਿੱਖਾਂ ਨੂੰ ਚੰਗੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਉਬਲਦੀ ਦੇਗ ਵਿੱਚ ਉਬਾਲਿਆ ਗਿਆ, ਰੂਹ ਵਿੱਚ ਲਪੇਟ ਕੇ ਸਾੜਿਆ ਗਿਆ। ਜਦੋਂ ਭਾਈ ਮਤੀ ਦਾਸ ਜੀ ਦੇ ਸੀਸ ਉੱਤੇ ਆਰਾ ਚਲਾਉਣ ਦਾ ਹੁਕਮ ਕੀਤਾ ਗਿਆ, ਭਾਈ ਮਤੀ ਦਾਸ ਜੀ ਨੂੰ ਲੱਕੜਾਂ ਦੇ ਵਿੱਚ ਬੰਨ੍ਹ ਲਿਆ ਗਿਆ ਤੇ ਜਦੋਂ ਲੱਕੜਾਂ ਦੇ ਵਿੱਚ ਬੰਨ੍ਹ ਕੇ ਇਸ ਤਰ੍ਹਾਂ ਖੜਾ ਕੀਤਾ ਗਿਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿੰਜਰੇ ਦੇ ਵਿੱਚ ਬੰਦ ਨੇ। ਐਸਾ ਪਿੰਜਰਾ ਵੀ ਨਾ ਤਾਂ ਉਹਦੇ ਵਿੱਚ ਖੜਾ ਹੋਇਆ ਜਾਂਦਾ ਤੇ ਨਾ ਹੀ ਚੰਗੀ ਤਰ੍ਹਾਂ ਬੈਠਿਆ ਜਾਂਦਾ, ਨਾ ਹੀ ਲੇਟਿਆ ਜਾਂਦਾ। ਇਸ ਤਰ੍ਹਾਂ ਦੇ ਪਿੰਜਰੇ ਵਿੱਚ ਬੰਦ ਕੀਤਾ ਗਿਆ ਤੇ ਭਾਈ ਮਤੀ ਦਾਸ ਜੀ ਨੂੰ ਜਦੋਂ ਲੱਕੜਾਂ ਦੇ ਵਿੱਚ ਬੰਨ੍ਹਿਆ ਗਿਆ ਤੇ ਭਾਈ ਮਤੀ ਦਾਸ ਜੀ ਨੂੰ ਕਹਿੰਦੇ ਵੀ ਤੁਹਾਡੀ ਆਖਰੀ ਇੱਛਾ ਕੀ ਹੈ? ਕਹਿੰਦੇ ਜੀ ਮੇਰੀ ਆਖਰੀ ਇੱਛਾ ਹੈ ਵੀ ਜਦੋਂ ਤੁਸੀਂ ਮੇਰੇ ਸੀਸ ਤੇ ਆਰਾ ਚਲਾਉਣਾ ਤੇ ਮੇਰਾ ਮੁੱਖ ਹੈ ਜਿਹੜਾ ਗੁਰੂ ਸਾਹਿਬ ਦੇ ਪਿੰਜਰੇ ਵੱਲ ਕਰ ਦਿਓ, ਮੇਰਾ ਮੂੰਹ ਜਿਹੜਾ ਗੁਰੂ ਸਾਹਿਬ ਦੇ ਪਿੰਜਰੇ ਵੱਲ ਕਰ ਦਿਓ ਤਾਂ ਕਿ ਮੈਂ ਆਪਣੇ ਗੁਰੂ ਦੇ ਸਨਮੁਖ ਹੋ ਕੇ ਮਰ ਸਕਾਂ। ਕਿਉਂਕਿ ਮਰਨ ਦੀ ਜਿਹੜੀ ਜਾਂਚ ਹੈ ਉਹ ਤਾਂ ਮੈਨੂੰ ਗੁਰੂ ਦੇ ਦਰਸ਼ਨਾਂ 'ਚੋਂ ਮਿਲਣੀ ਹੈ। ਆਰਾ ਤੁਸੀਂ ਚਲਾਉਣਾ ਹੈ, ਭਾਣਾ ਮੈਨੂੰ ਮੰਨਣਾ ਪੈਣਾ, ਮਰਨਾ ਮੈਨੂੰ ਪੈਣਾ। ਮਰਨਾ ਕਬੂਲ ਤਾਂਹੀਓ ਹੋ ਸਕਦਾ ਹੈ ਜੇ ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਗੁਰੂ ਹੋਏ। ਭਾਣਾ ਤਾਂ ਮੰਨਿਆ ਜਾ ਸਕਦਾ ਜੇ ਮੇਰੇ ਗੁਰੂ ਦਾ ਦੀਦਾਰ ਮੇਰੀਆਂ ਅੱਖਾਂ ਦੇ ਸਾਹਮਣੇ। ਇਹ ਤਾਂ ਉਹ ਗੁਰੂ ਹੈ, ਸਵੇਰੇ ਵੀ ਆਪ ਜੀ ਨੇ ਸੁਣਿਆ ਸੀ ਕਿ ਦਰਸ਼ਨ ਪਰਸੀ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ, ਜਿਹਦਾ ਦਰਸ਼ਨ ਕਰਕੇ ਜਨਮ ਮਰਨ ਦਾ ਦੁੱਖ ਕਟਿਆ ਜਾਂਦਾ। ਤੇ ਗੁਰੂ ਪਿਆਰਿਓ ਭਾਈ ਮਤੀ ਦਾਸ ਜੀ ਦੇ ਸੀਸ ਤੋਂ ਦਸਤਾਰ ਉਤਾਰੀ ਜਲਾਦਾਂ ਨੇ। ਜਦੋਂ ਦਸਤਾਰ ਉਤਾਰੀ ਤੇ ਗੱਜ ਗੱਜ ਲੰਮੇ ਕੇਸ ਭਾਈ ਸਾਹਿਬ ਦੇ ਗੋਡਿਆਂ ਤੱਕ ਲੰਘ ਗਏ ਤੇ ਕਹਿੰਦੇ ਮਤੀ ਦਾਸ ਤੇਰਾ ਤਕੜਾ ਸਰੀਰ ਹੈ, ਜਵਾਨ ਅਵਸਥਾ ਹੈ ਤੇਰੀ, ਛੱਡ ਕੀ ਲੈਣਾ ਮਰ ਕੇ, ਤੂੰ ਆਪਣੇ ਗੁਰੂ ਪਿੱਛੇ ਐਵੇਂ ਹੀ ਆਪਣੀ ਜਾਨ ਦਿੰਦਾ ਹੈ। ਆ ਜਾ ਤੂੰ ਇਸਲਾਮ ਵਿੱਚ ਆ ਜਾ, ਬੜੀਆਂ ਮੌਜਾਂ ਕਰੇਗਾ, ਤੈਨੂੰ ਸਾਰੇ ਸੁੱਖ ਸਾਧਨ ਦੇਵਾਂਗੇ। ਭਾਈ ਮਤੀ ਦਾਸ ਜੀ ਕਹਿੰਦੇ ਜਿਹੜੇ ਸੁੱਖਾਂ ਦਾ ਲਾਲਚ ਤੁਸੀਂ ਮੈਨੂੰ ਦੇ ਰਹੇ ਹੋ ਨਾ, ਇਹਨਾਂ ਸੁੱਖਾਂ ਤੋਂ ਵੱਡਾ ਸੁੱਖ ਮੈਨੂੰ ਪ੍ਰਾਪਤ ਹੋ ਚੁੱਕਿਆ ਹੈ। ਹੁਣ ਇੱਕ ਗੱਲ ਨੋਟ ਕਰਿਓ, ਜਦੋਂ ਆਪਾਂ ਗੁਰੂ ਵਾਲੇ ਬਣ ਜਾਂਦੇ ਹਾਂ ਨਾ, ਗੁਰੂ ਵਾਲੇ ਬਣ ਕੇ ਜਦੋਂ ਇਨਸਾਨ ਗੁਰੂ ਦੇ ਦੱਸੇ ਮਾਰਗ ਤੇ ਚੱਲਦਾ, ਨਾਮ ਦੀ ਕਮਾਈ ਕਰਦਾ, ਸੇਵਾ ਕਰਦਾ, ਸਿਮਰਨ ਕਰਦਾ, ਇੱਕ ਸਟੇਜ ਹੁੰਦੀ ਹੈ ਜਿੱਥੇ ਜਾ ਕੇ ਸੁਰਤ ਨੂੰ ਉਹ ਰਸ ਪ੍ਰਾਪਤ ਹੋ ਜਾਂਦਾ ਹੈ
ਜਿੱਥੇ ਜਾ ਕੇ ਸੁਰਤ ਕਹਿੰਦੀ ਹੈ ਕਿ ਵਿਖੇ ਮਨ ਫੀਕਾ ਤਿਆਗ ਵੀ ਸਖੀਏ ਨਾਮ ਮਹਾ ਰਸ ਪੀਵੇ। ਜਿਨ੍ਹਾਂ ਦੇ ਲਈ ਪੁਸ਼ਾਕ ਵੀ ਨਾਮ ਹੈ, ਜਿਨ੍ਹਾਂ ਦੇ ਲਈ ਭੋਜਨ ਵੀ ਨਾਮ ਹੈ, ਜਿਨ੍ਹਾਂ ਦੇ ਲਈ ਦੁਨੀਆ ਦਾ ਹਰ ਇੱਕ ਸੁੱਖ ਪਰਮਾਤਮਾ ਦਾ ਨਾਮ ਹੈ। ਸੱਚ ਕਰਕੇ ਜਾਣਿਓ, ਚਾਹੇ ਕੋਈ ਕੋਠੀ ਵਿੱਚ ਰਹਿੰਦਾ ਹੈ, ਚਾਹੇ ਕੋਈ ਛੋਟੇ ਮਕਾਨ ਵਿੱਚ ਰਹਿੰਦਾ ਹੈ, ਜਿਹਦੇ ਕੋਲੇ ਨਾਮ ਹੈ ਨਾ, ਜਿਹਦੇ ਕੋਲੇ ਬੰਦਗੀ ਹੈ, ਉਹ ਖੁਦ ਕੋਠੀ ਵਿੱਚ ਰਹਿੰਦਾ ਵੀ ਕਹੇਗਾ ਕਿ ਬੇਸ਼ੱਕ ਪਰਮਾਤਮਾ ਨੇ ਮੈਨੂੰ ਸਭ ਕੁਝ ਦਿੱਤਾ ਹੈ, ਪਰ ਪਿਆਰਿਆ ਇਹਨਾਂ ਚੀਜ਼ਾਂ ਵਿੱਚੋਂ ਸੁੱਖ ਨਹੀਂ ਜਿਹੜਾ ਸੁੱਖ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਹੈ, ਜਿਹੜਾ ਸੁੱਖ ਗੁਰੂ ਦੇ ਚਰਨਾਂ ਦੇ ਵਿੱਚ ਹੈ। ਚਾਹੇ ਪਰਮਾਤਮਾ ਨੇ ਮੈਨੂੰ ਸਭ ਕੁਝ ਦਿੱਤਾ ਹੈ, ਹੁਣ ਜਿਹੜਾ ਗਰੀਬ ਬੰਦਾ ਹੈ ਉਹ ਨਾਮ ਜਪਦਾ ਹੈ, ਉਹ ਤੁਹਾਨੂੰ ਕਵੇ ਕਿ ਜੀ ਸਾਰਾ ਸੁੱਖ ਤਾਂ ਨਾਮ ਦੇ ਵਿੱਚ ਹੈ, ਪਦਾਰਥਾਂ 'ਚ ਕੀ ਹੈ? ਤੁਸੀਂ ਤੇ ਕਹੋਗੇ ਕਿ ਲਓ ਜੀ ਤਾਂ ਗਰੀਬ ਹੈ, ਇਹਦੇ ਕੋਲ ਕਿਹੜਾ ਪਦਾਰਥ ਨੇ, ਤਾਂ ਕਹਿੰਦਾ। ਪਰ ਜਦੋਂ ਕੋਈ ਪਦਾਰਥਵਾਦੀ ਬੰਦਾ ਕਵੇ ਕਿ ਮੇਰੇ ਕੋਲ ਦੁਨੀਆ ਦੇ ਅੱਵਲ ਦਰਜੇ ਦੇ ਪਦਾਰਥ ਨੇ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਨ ਉਧਰਿਓ ਗਣਕਾ ਹੋ ਗਤ ਪਾਈ। ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੈ ਉੱਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਪਰਮਾਤਮਾ ਦੇ ਸਿਮਰਨ ਦੇ ਨਾਲ ਅੰਦਰ ਦੀ ਅੱਗ ਬੁਝਦੀ ਹੈ। ਅੰਦਰ ਦੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ, ਦੌੜ ਭੱਜ ਦੀ ਅੱਗ, ਜਦੋਂ ਆਪਾਂ ਕਹਿੰਦੇ ਹਾਂ ਕਿ ਸਾਡੇ ਅੰਦਰ ਸ਼ਾਂਤੀ ਨਹੀਂ, ਇੱਧਰ ਉੱਧਰ ਭਟਕਦੇ ਫਿਰਦੇ ਹਾਂ, ਤੇ ਜਦੋਂ ਨਾਮ ਜਪਦੇ ਹਾਂ ਨਾ, ਫਿਰ ਸਾਡੇ ਅੰਦਰ ਸਥਿਰਤਾ ਆ ਜਾਂਦੀ ਹੈ, ਅਡੋਲਤਾ ਜਿਹਨੂੰ ਆਪਾਂ ਕਹਿੰਦੇ। ਹੁਣ ਭਾਈ ਮਤੀ ਦਾਸ ਕੋਲੇ ਉਹ ਅਡੋਲਤਾ ਹੈ, ਉਹ ਡਲਾਉਣਾ ਚਾਹੁੰਦੇ ਨੇ, ਮਾਇਆ ਦੇਵਾਂਗੇ, ਡੋਲੇ ਦੇਵਾਂਗੇ, ਆਹ ਦੇਵਾਂਗੇ, ਮਹਿਲ ਦੇਵਾਂਗੇ। ਭਾਈ ਸਾਹਿਬ ਕਹਿੰਦੇ ਇਹ ਸਭ ਫਿੱਕੇ ਰਸ ਨੇ। ਕਹਿੰਦੇ ਉਮਰ ਤੇਰੀ ਜਵਾਨ ਹੈ ਤੇ ਗੱਲਾਂ ਤੂੰ ਬਜ਼ੁਰਗਾਂ ਵਾਲੀਆਂ ਕਰਦਾ। ਕਹਿੰਦੇ ਅਸਲ ਵਿੱਚ ਗੱਲ ਇਹ ਹੈ ਕਿ ਮੈਨੂੰ ਬਜ਼ੁਰਗੀ ਇਸੇ ਉਮਰ ਦੇ ਵਿੱਚ ਪ੍ਰਾਪਤ ਹੋ ਗਈ। ਬਜ਼ੁਰਗੀ ਕਿਹਨੂੰ ਕਿਹਾ ਜਾਂਦਾ? ਬਜ਼ੁਰਗੀ ਕਿਹਾ ਜਾਂਦਾ ਜਦੋਂ ਬੰਦੇ ਨੂੰ ਸਮਝ ਆ ਜਾਵੇ। ਸਾਹਿਬਜ਼ਾਦਿਆਂ ਦੀ 7 ਸਾਲ ਤੇ 9 ਸਾਲ ਦੀ ਉਮਰ ਸੀ, ਹਾਲੇ ਤਾਂ ਜਵਾਨ ਵੀ ਨਹੀਂ ਹੋਏ, ਪਰ ਉਹਨਾਂ ਦੀ ਬਜ਼ੁਰਗੀ ਦਾ ਕੱਦ ਕਿੱਡਾ ਵੱਡਾ ਸੀ। ਜੇ ਉਹਨਾਂ ਦੀ ਬਜ਼ੁਰਗੀ ਦੇ ਕੱਦ ਦੇ ਬਰਾਬਰ ਕੋਈ ਖੜ ਕੇ ਵੇਖੇ ਤੇ ਉਹਨਾਂ ਦੇ ਬਰਾਬਰ ਕੋਈ ਨਹੀਂ। ਜਿਨ੍ਹਾਂ ਨੇ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਦੀਵਾਰਾਂ ਦੇ ਵਿੱਚ ਚੁਣਨਾ ਮਨਜ਼ੂਰ ਕਰ ਲਿਆ, ਪਰ ਆਪਣੇ ਗੁਰੂ ਪਿਤਾ ਦੇ ਉਪਦੇਸ਼ ਤੋਂ ਮੂੰਹ ਨਹੀਂ ਮੋੜਿਆ, ਇਹ ਬਜ਼ੁਰਗੀ ਹੈ। ਕਹਿੰਦੇ ਤੁਸੀਂ ਆਪਣਾ ਕੰਮ ਕਰੋ, ਮੈਨੂੰ ਆਪਣਾ ਕੰਮ ਕਰਨ ਦਿਓ। ਐਵੇਂ ਫੋਕੀਆਂ ਗੱਲਾਂ ਮਾਰਨ ਦਾ ਕੋਈ ਫਾਇਦਾ ਨਹੀਂ। ਭਾਈ ਮਤੀ ਦਾਸ ਜੀ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿੰਜਰੇ ਵੱਲ ਉਹਨਾਂ ਦਾ ਮੂੰਹ ਕੀਤਾ। ਹੁਣ ਗੱਜ ਗੱਜ ਲੰਬੇ ਕੇਸ ਗੋਡਿਆਂ ਤੱਕ ਲੰਮਕ ਰਹੇ ਨੇ, ਅੱਧੇ ਕੇਸ ਇਸ ਪਾਸੇ, ਅੱਧੇ ਇਸ ਪਾਸੇ, ਵਿਚਾਲੇ ਚੀਰ ਹੈ। ਜਦੋਂ ਚੀਰ ਦੇ ਉੱਤੇ ਆਰਾ ਰੱਖ ਕੇ ਥੋੜਾ ਜਿਹਾ ਚਲਾਇਆ ਨਾ, ਤੇ ਖੂਨ ਦੀ ਧਾਰਾ ਮਸਤਕ ਤੋਂ ਨੱਕ ਦੇ ਉੱਪਰ ਦੀ ਹੁੰਦੀ ਹੋਈ ਦਾੜੇ ਦੇ ਉੱਪਰ ਖੂਨ ਦੇ ਛਿੱਟੇ ਐ ਪੈ ਗਏ ਜਿਵੇਂ ਲਾਲ ਰੰਗ ਦੇ ਮੋਤੀ ਦਾੜੇ ਦੇ ਉੱਤੇ ਉਕਰੇ ਗਏ ਹੋਣ। ਉਸੇ ਸਮੇਂ ਆਰਾ ਰੋਕ ਕੇ ਜਲਾਦ ਨੇ ਆਖਿਆ, ਕਹਿੰਦੇ ਮਤੀ ਦਾਸ ਹਲੇ ਵੀ ਸੋਚ ਲੈ, ਹਲੇ ਵੀ ਤੇਰੇ ਕੋਲ ਵਕਤ ਹੈ। ਜਦੋਂ ਉਹ ਸ਼ਹਾਦਤ ਦਾ ਰੰਗ ਆਪਣੇ ਦਾੜੇ ਤੇ ਦੇਖਿਆ, ਭਾਈ ਮਤੀ ਦਾਸ ਜੀ ਕਹਿੰਦੇ ਰੰਗ ਲਾਗਤ 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 ਹੈ, ਭਾਉ ਭਾਗਤ 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 ਹੈ। ਕਹਿੰਦੇ ਡਰ ਤਾਂ ਮੇਰੇ ਨੇੜੇ ਹੀ ਨਹੀਂ ਆ ਰਿਹਾ, ਆ ਸ਼ਹੀਦੀ ਦਾ ਰੰਗ ਮੇਰੇ ਦਾੜੇ ਦੇ ਉੱਤੇ ਆ ਗਿਆ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ ਨਾ ਲਾਗੇ ਦਾਗਾ। ਇਹ ਤਾਂ ਭਾਗਾਂ ਦੇ ਨਾਲ ਮਿਲਦਾ। ਕਹਿੰਦੇ ਹੁਣ ਤੇ ਮੇਰੇ ਇਰਾਦੇ ਹੋਰ ਮਜ਼ਬੂਤ ਹੋ ਗਏ। ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਸਿਰ ਦੇ ਉੱਤੇ ਆਰਾ ਚੱਲ ਰਿਹਾ ਤੇ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਜਿਉਂ-ਜਿਉਂ ਆਰਾ ਚੱਲੀ ਜਾਂਦਾ, ਭਾਈ ਸਾਹਿਬ ਜਪਜੀ ਸਾਹਿਬ ਪੜ੍ਹ ਰਹੇ ਨੇ। ਤੇ ਗੁਰੂ ਪਿਆਰਿਓ, ਜਦੋਂ ਰਸਨਾ ਤੱਕ ਆਰਾ ਪਹੁੰਚਣ ਲੱਗਿਆ, ਉਦੋਂ ਭਾਈ ਸਾਹਿਬ ਪਹੁੰਚੇ ਨੇ। ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਐ ਬਹੁਤ ਅਨੂਪ,
ताकियां गल्लां कथियां ना जाए, जे को कहे पिछे पछताए। सो इस तरह वो आरा चला रहे हैं। भाई साहब का शरीर दो फाड़ हो रहा है। ਜਦੋਂ दो हिस्सों में शरीर वंडिया गया, एक पंक्ति इस हिस्से विचों आवाज़, एक पंक्ति इस हिस्से दे विचों आवाज़ आ रही। तुसीं कदे नोट करियो, कई ना किंतु परंतु कर लग जाते हैं भी ये किदां हो सकता है भी शरीर दो हिस्सों च कटिया गया, बंदा चढ़ाई कर गया तो इस पासियों इस पासियों आवाज़ किवें आई। ते गुरु प्यारिओ, आपां बाणी च वचन पढ़दे हां, ज्यों मछली बिन पानी है क्यों जीवन भावै। जदों मच्छी है ना, मच्छी नूं शिकारी जाल ला के पानी चों बाहर कढ लैंदा है। मछली का जीवन पानी दे विच ही है, पर जदों पानी तो बाहर आ जाती है उदों तड़फदी है। कितना चिर तड़फदी रहिंदी है, पानी तो बिना भी तड़फदी है। तड़फ तड़फ के जदों मर जाती है, फिर उन्होंने बाजार दे विच बेचिया जाता है। बाजार दे विच बेच के उन्होंने कट्टिया वड्ढिया जाता है, तो उहदे टुकड़े बना के उहदा मांस बेचिया जाता है। ते जिहड़ा मांस खाण दा शौकीन है, उस मछली के मांस नूं खरीद के अपने घर लैके आउंदा है, उहनूं पानी दे नाल धोंदा है, उहदे होर छोटे पीस बनाउंदा है, होर छोटे टुकड़े बनाउंदा है। फिर कड़ाही दे विच तेल पाउंदा है, तेल दे विच उन्हां पीसां नूं पा के मसाले पा के उहनूं तलदा है। तलन तो बाद उहदा भोजन बना के उहनूं खांदा है, ते खा के डकार मार के पै जांदा है। ते अद्धी रात नूं उठदा है, उहनूं प्यास लगदी है। जिन्ना पानी वो रैगूलर रोज़ सौण वेले पींदा है, उस तो दुगना तिगना पानी उस दिन पी गया जिस दिन उन्हें मच्छी खाधी है। उसका कारण की है? खंड खंड कर भोजन कीनो, तो कीना बिसरियो पानी। वो गुरु प्यारिओ, दंदां नाल चित चित के चब चब के खंड खंड करके इन्ने इन्ने पीस उहदे पेट च चले गए बन के उहदे, पर उन्हां पीसां चों पानी का प्रेम नहीं विसरे। वो जिहड़ा मछली के टुकड़े उहदे पेट च पए सी, वो पानी की मंग कर रहे सी, उहदे अंदर प्यास पैदा। ते गुरु प्यारिओ, वो ते बाणी पढ़न वाले सिंह सी, जिन्हां दे रोम रोम दे विच बाणी वसी सी। बाणी दे विच वचन आउंदा है, रोम रोम में वसै मुरार। रोम रोम दे विच वाहिगुरू वसिया सी, रोम रोम दे विच जपजी वसी सी उहनां। ते गुरु प्यारिओ, इहो जे जोधे जिन्हां दीयां सुरतां तिथै जोध महाबल सूर, इहो जे जोधे सूरमे जिन्हां दीयां सुरतां उस खंड दे विच जाके वस जांदियां ने, जिन्हों आपां कहने आ सच खंड वसै निरंकार। गुरु तेग बहादुर साहब दी अखां दे सामने बाणी पढ़दे हुए भाई मती दास जी ने अपनी शहादत दी, पर गुरु साहब उस तरह अडोल बैठे। हुण जलाद हराम ने कि कमाल की गल, एक नूं आरियां दे नाल दो फड़ कर दिता, एक नूं रूह दे विच लपेट के साड़ दिता, एक नूं उबलदियां देगां दे विच उबाल दिता। ते जिन्होंने उबलदी देग विच उबलण वास्ते बैठण वास्ते कहा गया सी ना भी मार छाल भाई दयाला, उबलदी देग दे विच देग उबल रही है, ते भाई दयाले ने पता की अरदास की सी? भाई दयाला जी कहते कहते धन गुरु अर्जन देव साहब महाराज, उबलदियां देगां विच बैठण दा ते उबलदियां देगां विच उबाले खाण दा बल तुहानूं है। ये करामात मैनूं नहीं आउंदी, पर इन्हां ने हुण मेरे अगे परचा पा दिता ते मैनूं इस उबलदी देग विच बैठना पैना, पर मेरे विच ना उन्नी ताकत है, ना मेरे विच उन्नी शक्ति है। मैं तो एक आम या नमाणा जा सिख हाँ, तुहाडा किरपा करियो, मैनूं ताकत दिओ, मैनूं शक्ति दिओ कि मैं इस उबलदी देग दे विच छाल मार के बैठ जावां। ये अरदास करके गुरु अर्जन देव साहब के चरणों विच छाल मार के उबलदी देग विच बैठ गए। हुण आई गुरु तेग बहादुर साहब की बारी। कहते जी जे नहीं मानते तो इन्हों का सिर धड़ तो वखरा कर दे, सिर कलम कर दे। दिल्ली के चांदनी चौक के
गुरु तेग बहादुर साहब महाराज सच्चे पातशाह जी को लिया गया। जलाद ने फिर उस तरह अपन गल्लां शुरू कर दित्तियां, तुसीं मन जाओ हले भी क्यों अपनी जान गवाउने हो। ते गुरु तेग बहादुर साहब महाराज सच्चे पातशाह जी ना जोर दी हसे ने। तुसीं सवेर के दिमाग में एक गल सुनी होएगी जो सवेरे कथा हो रही सी भी सारी जिंदगी गुरु तेग बहादुर साहब महाराज गंभीर रहे ने, हसे नहीं कदे फालतू। किते माड़ा मोटा किते संगत दे विच किते मुस्कुराए वो एक वखरा विषय, पर उन्होंने जिंदगी ज़्यादा सीरीयस है गंभीरता में लंघी है। बाणी पढ़ो उन्होंने, जो शब्द पढ़ोगे तो पढ़ने वाला गंभीर हो जाता। पर अज सारे हैरान ने कि साडा बाबा मखमल दियां सेजां ते बह के नहीं हसिया, साडा बाबा फुल्लां दियां सेजां ते बह के नहीं हसिया। अज सिर दे उत्ते खड़ गए, सिर कलम करन दा हुक्म होया ते बाबा उपर नूं हथ करके उच्ची उच्ची हस रहे ते जलाद हैरान है। जलाद कहंदा कमाल की गल है, तेग बहादुर तू किहो जिहा कमला बंदा है। ये लफ्ज उचारिया, कहने तेग बहादुर तू किहो जिहा कमला बंदा है, मौत तेरे सिर ते खड़ी है ते तू हस रहे है। कहंदे जलादा तू मेरी मुस्कुराहट नूं भी नहीं समझ सकता। कहंदे दो गल्लां ने। कहंदे की? कहंदे एक तां तेरी तेग मेरे सिर नूं मेरी धड़ तो वखरा कर सकती है, पर मेरे चेहरे की मुस्कुराहट नहीं हो सकती। दूजी गल, तू किहनूं मारन चले? जदों तेरी तेग चलेगी मेरा शरीर रूपी भांडा जिहड़ा फुट जाएगा, भाव मेरा ये जिहड़ा शरीर का सिर है ये धड़ तो वखरा हो जाएगा। तू किहनूं मारन चलिया? कहना मैं तेग बहादुर नूं मारन चलिया। कहंदे तेरा भुलेखा है। कहंदे वो किवें? कहंदे याद रखी जदों तेरी ये तलवार चलेगी, जबर की तलवार चलेगी, इधरों मेरा सिर धड़ तो अलग होएगा। जिहड़ी इस मिट्टी के भांडे विच तेग बहादुर नां दी जोत बैठी है ना, भौरे वांगू उड़ारी मार के आनंदां दी पुरी विच कलगी ला के बैठ जाए। किहनूं मारन चले? तेरी इधरों तेग चलेगी, मेरा सिर वख होएगा, मेरे शरीर के अंदर तेग बहादुर नां दी जिहड़ी करामात है, जिहड़ी जोत है, आनंदां दी पुरी ते कलगी ला के बैठ जाए। ते फिर उहदी तेग दा मुकाबला तेरे औरंगजेब तो नहीं होना। ये वचन गुरु तेग बहादुर साहब ने कीते। कहंदे दो तो एक करना चाहुंदा है, ये दो तो तीन होणगे। तां उस समय जलाद ने अपनी तलवार चलाई। गुरु तेग बहादुर साहब महाराज जी ने अपने शीश का बलिदान दिता और इस हिंदुस्तान की आबरू रखी, मनुखी अधिकारां दे लई आवाज़ बुलंद की, मनुखी अधिकारां दे लई अपने शीश का बलिदान दिता। इसे करके गुरु तेग बहादुर साहब जी को त्याग की मूर्त भी कहा जाता। त्याग की मूर्त बचपन में नाम रखा सी त्याग मल। गुरु हरगोबिंद साहब जी ने इसे गलों ही नाम रखा सी त्याग मल। जदों करतारपुर की जंग दे विच त्याग मल जी ने तेग का जौहर दिखाया ना, वो तेग का जौहर वेख के गुरु हरगोबिंद साहब ने खुश होकर फिर त्याग मल तो तेग बहादुर नाम रखा सी। इस करके गुरु प्यारे धन गुरु तेग बहादुर साहब महाराज ने अपने शीश का बलिदान दिता। ठीकर फोर दिलीस सिर प्रभुपुर किया बयान, तेग बहादुर सी गिरिया करी ना किनू आन। गुरु तेग बहादुर साहब जी ने अपनी शहादत तो दी, पर उस शहादत तो बाद जिहड़ी मुगलिया सल्तनत सी ना, उहदियां जड़ां हिलनियां शुरू हो गई सी। जदों कोई सच्चा महापुरुष, कोई पैगंबर अपना बलिदान दिंदा है तो उस पैगंबर का लहू पवित्र खून इस धरती पर डुलदा है कुर्बानी के लिए। तो गुरु प्यारे जिहड़ा जबर ते जुल्म करने वाला ना, उहदियां जड़ां पोलियां हो जांदियां, हिल जांदियां। ते तुसीं ये वेखो, धन गुरु गोबिंद सिंह साहब महाराज सच्चे पातशाह जी जो तखत ते बैठे सी ना,
उदों गुरु साहब जी ने घर घर में कीर्तन होने लाता सी। गुरु गोबिंद सिंह जी ने भी घर घर दे विच मरदंगा बजाओ, छैने खड़काओ, कीर्तन करो। जदों ये रिपोर्टां औरंगजेब तक पहुंचियां, औरंगजेब कहंदा किते छैणियां दी ढोलकियां दी आवाज़ नहीं आउणी चाहिए, फरमान जारी कर दिता। जदों दशमेश पातशाह तक ये गल पहुंची, गुरु गोबिंद सिंह साहब महाराज हसे, कहते महाराज हुण की करिए? कहते करना की है, रणजीत नगारा तैयार करो। तो उस समय फिर सिंघां ने रणजीत नगारा तैयार किया। जदों भी सिंघां ने घोड़ियां ते शिकार खेडण जाना, रणजीत नगारा घोड़े के उत्ते बन्निया हुंदा ते उस नगारे के उत्ते चोटां पैंदियां। सवेर ते शाम नूं नगारा वजदा आनंदां दी पुरी दे विच। उहदी आवाज़ इन्नी गरजदी सी कि आले दाले पहाड़ी राजे रहिंदे सी सारे। जदों उन्हां दे कन्नां विच आवाज़ पैंदी ते ओह डर के अपने मंजे तो हेठां डिग पैंदे सी, घबरा के। कहंदे औरंगजेब तू ढोलकियां छैणियां दीयां आवाज़ां बंद करनियां चाहुंदा, असीं नगारा वजावांगे। ते तुसीं सच करके जाणिओ, गुरु गोबिंद सिंह साहब महाराज जी का तैयार किया रणजीत नगारा अज भी आनंदां दी पुरी दे विच वजदा है। ते जिहड़े झूठे पातशाहां दे नगारे सी, उन्हां दे तख्तां समेत ही नगारे रुड़ गए। हिंदुस्तान के कोने कोने में जबर ते जुल्म के नगारे बजते सी। कित्थे गए वो नगारे? कित्थे गए वो झूठे तख्त? कित्थे गए वो झूठे राजे? सतगुरु सच्चे पातशाह जी बाणी में वचन करते हैं, कहते को हर समान नहीं राजा, ये भूपत सब दिवस चार के झूठे करत दिवाजा। जुगो जुग अटल गुरु गोबिंद सिंह साहब महाराज सच्चे पातशाह जी ने जुगो जुग अटल गुरु ग्रंथ साहब जी नूं विराजमान किया। ते आनंदां दी पुरी दे विच अज भी रौनकां लगदियां ने। जिस आनंदपुर साहब की धरती ते 10 लाख मुगल फौज भेज के गुरु गोबिंद सिंह साहब महाराज के सामने झूठियां सौहां खा के आनंदपुर साहब का किला खाली करवाया। इसी आनंदपुर साहब के विचों गुरु गोबिंद सिंह साहब नूं बाहर कढ़ दईए तो आनंदपुर साहब की धरती साडे कब्जे च हो जाएगी, उन्हां दा भुलेखा सी। गुरु साहब जी ने जो आनंदपुर साहब की धरती छड़ी है ना, जदों आनंदपुर साहब की जूह में पहुंचे, जिन्हों आप बार्डर कह दें किसी शहर का, उतों टप जाना, उत्थे खड़ के महाराज ने असीसां दित्तियां सी कि आनंदपुरीए तू वसदी रह, असां तुर चले मुड़ आउणा नहीं, असीं ते नहीं आउणा मुड़ के, पर मेरा खालसा तेरी हिक दे उत्ते आके खेडिया करेगा, इत्थे रौनकां लाया करेगा। ये धरती के उत्ते खालसे के जकारे ते नगारे सदा कायम रहे। अज भी आनंदपुर साहब की धरती के उत्ते नगारे बजते हैं, जकारे बजते हैं। होले महल्ले के उत्ते देखो कितनियां फौजां जांदियां ने, निशान साहब झुकते हैं। आनंदपुर साहब की धरती ते कलगीधर पातशाह दीयां बख्शिशां अज भी वरत रही ने, पर वो दुनिया के झूठे राजे किधर गए। इस करके गुरु प्यारिओ, धन गुरु तेग बहादुर साहब जी ने जो शहादतां दित्तियां, गुरु कलगीधर पातशाह जी के साहिबजादिਆਂ ने शहादतां दित्तियां, उन्हां शहादतां नूं असीं अपने हिरदे दे विच वसा के जो वो सानू सुनेहा जो मैसेज दे के गए ने उन्होंने अपने हिरदे च वसाइए ते अपनी जिंदगी नूं गुरु चरणों में समर्पण करके अपने जीवन को सवारीए, ताकि साडा लोक अते परलोक सफला हो सके। गुरु पातशाह दीयां खुशियां दे असीं पात्र बन सकीए। भुल्लां चुकां दी खिमा। आओ सारे गुरफतेह दी सांझ करो। वाहिगुरू जी का खालसा, वाहिगुरू जी।